वडभागी हो जो गुरु दरबार विखे हाजरियां भर के रब्बी पानी दे कीर्तन कथा व्याख्यान सरवण करके लाहे प्राप्त कर रहे हो। जीवन सच्चे पातशाह कृपा करन साडा करता सोना गुरु दर के प्रवान होवे लिखे लग जाए। सो आओ अगला प्रोग्राम सरकार सरदार सुखदेव सिंह जी नंदीवाल जी आप दसाउणा करनगे। होइयां भुलां दी खिमा करके पति सांझ पाओ। वाहिगुरू जी का खालसा वाहिगुरू जी की फतेह। करवादियां भाई सतनाम सिंह के जथे दे जिन्होंने गुरबाणी के नाल संगतां नूं जोड़िया। आप सारे नूं पता है कि अज आप भाई सतनाम सिंह जी अकबाल जो गुरु घर के प्रेमी सन उन्होंने दूजी बरसी आप अज मना रहे हैं। परिवार वालों अखंड पाठ साहब के समागम किए गए हैं तो उस असी जी आ कहते हाँ इंडिया तो स्पैशली समागम के हिस्सा लैन वास्ते बाबा हरपाल सिंह जी अपने को पहुँचे हुए हैं। उन्होंने बेनती करते हैं कि उन्हें 1.5 घंटे वास्ते वो संगतां गुरबाणी के नाल जोड़ ते जो भी अपने साडे भरा मेरे नाल तो काफ़ी चिर असी उन्होंने इकट्ठे रहे हैं। सतनाम सिंह उन्होंने नाल ते उन्होंने परिवार भी इतने पहुँचे हैं सारे होर उन्होंने जो रूहानी जिदा बाबा जी ने अगे भी दसिया सीगा भी जो संगतां जुड़ियां हैं दरबार साहब के नाल जां इत्थे सत संगत करदियां हैं हरेक वीक हरेक टाइम इकट्ठे होकर वो सारिया संगतां नूं जी आयां कहते हैं ते बाबा जी नूं बेनती करते हैं कि आउंदे 1.5 घंटे वास्ते संगतां नूं गुरबाणी नाल जोड़न जिन्ना चर तैयारी होंदी है। अगले आउंदे ऐतवार नूं अपने चेत की संगरांद है। इस तरह पता है कि पहला महीना अपने गिणिया जाता है अपने गुरु ग्रंथ साहब के 12 माह के। सो अपना जो नवा साल आप कह सकते हैं अपना नवा साल आउंदे ऐतवार है सो भी आप वध चढ़ के आउंदे ऐतवार नूं मनाउणा। सो सारिया संगतां नूं बेनती है भी इस वेले हुण जो संगतां ऑनलाइन सुन रही हैं भी गुरु घर जो अपने 20% की कैपेसिटी के नाल आप इनडोर गैदरिंग कर सकते हैं। सो जिस के हिसाब नाल कोई अपने 500 के करीब आप संगतां अंदर बह सकते हैं। सो फिर भी आप सोशल डिस्टेंसिंग रख के बहना है। जो परिवार के मैंबर हैं वो इकट्ठे बह सकते हैं। सो सारिਆਂ का महाराज जी के चरणों च अरदास करते हैं सानूं तंदुरुस्तियां बख्शण ये जो दौर चल रहा है। तो बाबा जी बेनती करते हैं कि संगतां गुरबाणी नाल जोड़। वाहिगुरू जी का खालसा और वाहिगुरू जी की फतेह। ਚੱਕੋ ਜੇ ਵਧੀਆ ਹਾਂ ਚੱਕਣਾ
ਵਾਹਿਗੁਰੂ ਵਾਹਿਗੁਰੂ ਹਰ ਗੁਣ ਕਾਹੇ ਨ ਗਾਵਈ ਮੂਰਖ ਅਗਿਆਨਾ ਝੂਠੇ ਲਾਲਚ ਲਾ ਕੇ ਮੈਂ ਮਰਨ ਪਛਾਨਾ ਅਜ ਹੋ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ ਨਾਨਕ ਤੇ ਭਜਨ ਤੇ ਨਿਰਭੈ ਪਤ ਪਾਵੇ ਵਾਹਿਗੁਰੂ ਵਾਹਿਗੁਰੂ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਖਿਆਲ ਬਾਹਰ ਜਾਣ ਤੋਂ ਰੋਕੀਏ, ਚਿੱਤ ਵਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਸਾਰੇ ਹੀ ਰਸਨਾ ਦੀ ਪਵਿੱਤਰਤਾ ਦੇ ਵਾਸਤੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਪਵਿੱਤਰ ਪਾਵਨ ਸਥਾਨ ਗੁਰਦੁਆਰਾ ਸਾਹਿਬ ਸਨਹੋਜੇ ਵਿਖੇ ਸਾਨੂੰ ਸਾਰਿਆਂ ਨੂੰ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ। ਜਿਵੇਂ ਕਿ ਆਪ ਜੀ ਨੇ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਬੈਨੀਵਾਲ ਉਹਨਾਂ ਪਾਸੋਂ ਸੁਣਿਆ ਹੈ ਕਿ ਅੱਜ ਦਾ ਜੋ ਸਤਸੰਗ ਸਮਾਗਮ ਹੈ, ਸਤਿਕਾਰਯੋਗ ਬਾਬਾ ਸਤਨਾਮ ਸਿੰਘ ਜੀ ਅਟਵਾਲ
ਉਹਨਾਂ ਦੀ ਦੂਸਰੀ ਇਹ ਬਰਸੀ ਦੇ ਸੰਬੰਧ ਵਿੱਚ ਰੱਖਿਆ ਗਿਆ ਹੈ। ਸਾਹਿਬਾਂ ਦਾ ਓਟ ਆਸਰਾ ਲੈ ਕੇ ਮਾਤਾ ਹਰਭਜਨ ਕੌਰ ਜੀ ਅਤੇ ਉਹਨਾਂ ਦੇ ਸਾਰੇ ਅਟਵਾਲ ਪਰਿਵਾਰ ਵੱਲੋਂ ਪਰਸੋਂ ਰੋਜ਼ ਤੋਂ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਦੇ ਅਖੰਡ ਪਾਠ ਸਹਿਬਾਨ ਪਰਾ ਆਰੰਭ ਕਰਵਾਏ ਸਨ। ਬਾਣੀ ਆਦਿ ਤੋਂ ਮੱਧ ਸੰਪੂਰਨ ਪੜ੍ਹੀ ਅਤੇ ਸੁਣੀ ਗਈ ਹੈ। ਉਪਰੰਤ ਗੁਰੂ ਘਰ ਦੇ ਹਜ਼ੂਰੀ ਰਾਗੀ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ ਹੈ। ਥੋੜਾ ਜਿਹਾ ਜੋ ਬਾਕੀ ਸਮਾਂ ਹੈ, ਕਬੀਰ ਏਕ ਘੜੀ ਆਦੀ ਘੜੀ ਆਦੀ ਹੁਣ ਤੇ ਆਤ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਇਸ ਦਾ ਸਾਰਿਆਂ ਨੇ ਲਾਭ ਲੈਣਾ ਹੈ, ਕਿਉਂਕਿ ਕਲਯੁਗ ਦੇ ਵਿੱਚ ਇਸੇ ਕਰਮ ਨੂੰ ਪ੍ਰਧਾਨਤਾ ਦਿੱਤੀ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਪਿਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਬੈਨੀਵਾਲ ਸਾਹਿਬ ਜਿਵੇਂ ਦੱਸ ਰਹੇ ਸਨ ਕਿ ਉਹਨਾਂ ਨੇ ਇਹ ਸਤਸੰਗ ਦਾ ਪ੍ਰਵਾਹ ਚਲਾਇਆ। ਭਾਈ ਸੁਖਦੇਵ ਸਿੰਘ ਜੀ ਦੇ ਪਿਤਾ ਜੀ ਬੈਨੀਵਾਲ ਸਾਹਿਬ ਹੁੰਦੇ, ਨਾਲ ਹੀ ਸਾਰਾ ਜਥਾ ਹੁੰਦਾ। ਆਪ ਅਖੰਡ ਪਾਠ ਕਰਦੇ, ਘਰ ਘਰ ਜਾਂਦੇ, ਨਾਮ ਬਾਣੀ ਦੇ ਨਾਲ ਸੰਗਤਾਂ ਨੂੰ ਜੋੜਦੇ। ਕਿੰਨਾ ਸੀ ਉਹ ਸਮਾਂ ਯਾਦ ਆਉਂਦਾ ਏ ਕਿ ਜਦੋਂ ਬੈਨੀਵਾਲ ਸਾਹਿਬ ਨੇ ਪਾਠ ਦੀ ਡਿਊਟੀ ਲਾਉਣੀ ਤਾਂ ਕਹਿਣਾ ਕਿ ਮੱਧ ਦਾ ਭੋਗ ਲਵਾ ਕੇ ਹੀ ਉੱਠਣਾ ਹੈ। 28 ਘੰਟੇ ਲਗਾਤਾਰ ਬਾਣੀ ਪੜ੍ਹਨੀ, ਇੰਨਾ ਲਗਨ ਸੀ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਕਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ, ਦਿਨੇ ਰਾਤ ਪੇ ਰਹਿੰਦੇ। ਇੱਕੋ ਲਗਨ ਲੱਗੀ ਲਈ ਜਾਂਦੀ, ਟੋਰ ਅਨੰਤ ਜਿਨ੍ਹਾਂ ਦੀ, ਬਸਲੋਂ ਉਰੇ ਮਕਾਮ ਨਾ ਕੋਈ, ਚਾਲ ਪੇ ਨਿਤ ਰਹਿੰਦੇ। ਕਿੰਨਾ ਐਸਾ ਜੀਵਨ ਐਸੇ ਪਿਆਰਿਆਂ ਦਾ ਹੋਇਆ ਕਰਦਾ ਹੈ, ਜਿਨ੍ਹਾਂ ਦੇ ਜੀਵਨ ਤੋਂ ਕਿੰਨਿਆਂ ਦੇ ਜੀਵਨ ਬਦਲ ਜਾਂਦੇ ਹਨ। ਧੰਨ ਧੰਨ ਜਨ ਆਇਆ, ਜਿਹੜਾ ਇਹ ਧੰਨ 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 ਜਨ ਆਇਆ, ਇਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੇ ਸੰਗ ਚਿਤ ਆਵੇ ਨਾਉ। ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਐਸੇ ਉਹਨਾਂ ਮਹਾਪੁਰਸ਼ਾਂ ਦੀ ਯਾਦ, ਕਿਉਂਕਿ ਜਿਨ੍ਹਾਂ ਨੇ ਇਸੇ ਸ਼ਹਿਰ ਦੇ ਵਿੱਚ ਰਹਿ ਕੇ ਕਿੰਨੀ ਕਿਰਪਾ ਸੀ ਕਿ ਗ੍ਰਸਤ ਦੇ ਵਿੱਚ ਰਹਿੰਦੇ, ਭਾਵੇਂ ਕਿ ਉਹਨਾਂ ਦਾ ਸਰੀਰਕ ਜਨਮ 64 ਸਾਲ ਪਹਿਲਾਂ ਉਹ ਜਗ੍ਹਾ ਜਿਹੜੀ ਹੈ ਬਹਿਰਾਮ ਦੁਆਬੇ ਦੇ ਵਿੱਚ ਉੱਥੇ ਹੋਇਆ। ਲੰਬੜਦਾਰ ਜੋ ਪਿਤਾ ਜੀ ਸਨ ਇਕਬਾਲ ਸਿੰਘ ਜੀ, ਉਹ ਵੀ ਬਹੁਤ ਪਿਆਰ ਵਾਲੇ, ਤੇ ਜਿਹੜੇ ਹੁਣ ਮਾਤਾ ਜੀ ਮਾਤਾ ਹਰਭਜਨ ਕੌਰ ਜੀ, ਕਿੰਨੇ ਸਤਸੰਗੀ ਨਾਮ ਰੰਗੀ ਰੂਹ ਹੈ, ਜਿਸ ਕੁੱਖ ਨੂੰ ਭਾਗ ਲੱਗਿਆ। ਕਿਉਂਕਿ ਉਹ ਸਰੀਰਕ ਤਾਂ ਸਾਰਿਆਂ ਦਾ ਹੀ ਜਨਮਦਾ ਹੈ, ਮਰਦਾ ਹੈ, ਪਰ ਜਿਨ੍ਹਾਂ ਨੇ ਨਾਮ 'ਚ ਅਭੇਦ ਹੋ ਗਏ, ਉਹ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਣ, ਹਰ ਸਿਉ ਲੈਣ ਮਲਾਏ। ਉਹ ਪਰਉਪਕਾਰ ਵਾਸਤੇ ਸੰਸਾਰ ਦੇ ਉੱਤੇ ਆਉਂਦੇ ਹਨ। ਸਰੀਰ ਜਨਮ ਲੈਂਦਾ ਹੈ, ਸਰੀਰ ਦਾ ਮਰਨ ਹੈ, ਸਰੀਰ ਦੀ ਪਰਾਲਬਧ ਹੁੰਦੀ ਹੈ, ਤੇ ਸਰੀਰ ਦੇ ਵਿੱਚ ਜੋ ਆਤਮਾ ਹੈ ਉਹ ਕਦੇ ਵੀ ਉਸਦਾ ਜਨਮ ਨਹੀਂ ਤੇ ਨਾ ਮਰਨ ਹੈ। ਜਦੋਂ ਜਨਮ ਹੀ ਨਹੀਂ ਹੈ, ਮਰਨ ਵੀ ਨਹੀਂ ਹੁੰਦਾ। ਇਸੇ ਕਰਕੇ ਉਸ ਪਵਿੱਤਰ ਸਰੀਰ ਦੇ ਵਿੱਚ ਪਵਿੱਤਰ ਆਤਮਾ ਦਾ ਪ੍ਰਕਾਸ਼ ਹੁੰਦਾ ਹੈ, ਤੇ ਜਨਮ ਤੋਂ ਹੀ ਪਤਾ ਲੱਗ ਜਾਂਦਾ ਹੈ। ਕਬੀਰਾ ਜਾਤੂ ਜਨਮਿਆ ਜਗਤ ਮੇਂ, ਜਗ ਹੱਸੇ ਤੁਮ ਰੋਏ, ਐਸੀ ਕਰਨੀ ਕਰ ਚੱਲੋ ਪਿਆਰੇ, ਤੁਮ ਹੱਸੇ ਜਗ ਰੋਏ। ਐਸਿਆਂ ਦੀ ਜਿਹੜੀ ਕਥਾ ਹੋਇਆ ਕਰਦੀ ਹੈ ਗੁਰਮੁਖ ਪਿਆਰਿਆਂ ਦੀ, ਉਹ ਸਾਰੇ ਸੰਸਾਰ ਤੋਂ ਨਿਰਾਲੀ ਹੋਇਆ ਕਰਦੀ ਹੈ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਰਾਰੀ ਰੇ।
ਇਹ ਕਥਾ ਹੈ ਜਿਹੜੀ, ਇਹ ਸੰਸਾਰ ਦੀ ਕਥਾ ਹੋਰ ਤਰ੍ਹਾਂ ਦੀ ਹੁੰਦੀ ਹੈ। ਸੰਸਾਰ ਦੇ ਲੋਕ ਆਪਣੇ ਵਾਸਤੇ ਜਿਉਂਦੇ ਹਨ, ਆਪਣੇ ਤੋਂ ਵੱਧ ਅੱਗੇ ਦੀ ਗੱਲ ਸੋਚਦੇ ਹੀ ਨਹੀਂ। ਹਰ ਗੱਲ ਦੇ ਵਿੱਚ ਇਹ ਸੋਚਦੇ ਨੇ ਕਿ ਆਪਣਾ ਹਿੱਤ ਕੀ ਹੈ। ਪਰ ਜਿਹੜੇ ਹੁੰਦੇ ਨੇ ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤੋ ਸੋ ਕਹਾਵੇ। ਅਖੰਡ ਪਾਠ ਹੋਏ, ਭੋਗ ਤੋਂ ਉਪਰੰਤ ਜੋ ਹੁਕਮਨਾਮੇ ਵੀ ਆਏ, ਇਸ ਪ੍ਰਥਾਏ ਸਤਿਗੁਰੂ ਜੀ ਦਾ ਜੋ ਮੁੱਖ ਵਾਕ ਆਇਆ, ਉਹਦੇ ਵਿੱਚ ਵੀ ਇਹ ਫਰਮਾਨ ਆਇਆ, ਸਹਿਜ ਸਮਾਧ ਆਨੰਦ ਸੁਖ। ਹੁਣ ਇਹ ਕਿੱਥੇ ਮਿਲਦੇ ਨੇ? ਪੂਰੇ ਗੁਰ ਤੇ ਪਾਈ ਕਿ ਜਿਹੜੇ ਇਹ ਐਸੇ ਆਨੰਦ ਹਨ, ਸਮਾਧੀ ਦੇ ਸਹਿਜ ਸਮਾਧ ਦੇ ਸੁਖ ਹਨ, ਉਹ ਪੂਰੇ ਗੁਰ ਤੋਂ ਪ੍ਰਾਪਤੀ ਹੋਇਆ ਕਰਦੀ ਹੈ। ਗੁਰੂ ਮੰਤਰ ਦਿੰਦੇ ਹਨ, ਮੰਤਰ ਦੀ ਕਮਾਈ ਵਾਲੇ ਪੁਰਸ਼ ਦੱਸਦੇ ਨੇ ਕਿਵੇਂ ਕਰਨੀ ਹੈ। ਕਿਉਂਕਿ ਨਾਮ ਤਾਂ ਅੰਦਰ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੇ ਖੋਈ। ਇਸ ਦੀ ਜੁਗਤ ਸਤਸੰਗ ਦੇ ਵਿੱਚ ਮਿਲਦੀ ਹੈ। ਸਤਸੰਗ 'ਚ ਜੋ ਮਿਲਦਾ ਹੈ ਉਹ ਫਿਰ ਅਤਰੰਗ ਸਾਧਨ ਕਰਨੇ ਹਨ। ਉਹਨਾਂ ਨੇ ਸਾਧਨ ਕੀਤੇ, ਉਹ ਮੰਡਲੀ ਅੱਜ ਯਾਦ ਆਉਂਦੀ ਹੈ, ਸਾਰਾ ਹੀ ਜਥਾ ਕਿੰਨਾ ਪਿਆਰ ਵਾਲਾ, ਕਿ ਜਿਨ੍ਹਾਂ ਨੇ ਨਾਮ ਬਾਣੀ ਦੇ ਨਾਲ ਕਿੰਨਿਆਂ ਨੂੰ ਜੋੜਿਆ, ਆਪ ਜੁੜੇ ਹਨ, ਹੋਰਨਾਂ ਨੂੰ ਜੋੜਦੇ ਹਨ। ਐਸਿਆਂ ਦੀ ਇਹ ਕਥਾ ਨਿਰਾਲੀ ਹੋਇਆ ਕਰਦੀ ਹੈ। ਤਿਨ ਕੀ ਕਥਾ ਨਰਾਰੀ ਰੇ, ਨਰਾਰੀ ਰੇ, ਨਰਾਰੀ ਰੇ, ਕਥਾ ਨਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਰੀ ਰੇ। ਐਸੀ ਕਥਾ ਜਿਹੜੇ ਹਰੀ ਦੇ ਸੇਵਕ ਹਨ ਉਹਨਾਂ ਦੀ ਹੈ। ਉਹ ਕਥਾ ਜਿਹੜੇ ਨਾਮ ਚ ਅਭੇਦ ਹੋਏ ਹਨ, ਹਰ ਹਰ ਜਨ ਦੁਈ ਏਕ ਹੈ। ਬਿਬ ਵਿਚਾਰ ਕਿਛ ਨਾਹੇ ਜਲ ਤੇ, ਉਪਤ ਤਰੰਗ ਜਿਉ ਜਲ ਹੀ ਵਿਖੇ ਸਮਾਹੇ। ਉਹ ਕਥਾ ਸੁਣ ਕੇ ਕਿੰਨੀ ਵੱਡੀ ਪ੍ਰਾਪਤੀ ਹੋ ਜਾਂਦੀ ਹੈ। ਅਗਮ ਅਕਾਦ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੇਤਾ ਨਾਨਕ ਬਿਨਵੰਤਾ, ਸਾਜਨਾ ਕੀ ਅਚਰਜ ਕਥਾ। ਐਸੀ ਕਥਾ ਅਚਰਜ ਕਥਾ ਹੈ। ਹੁਣ ਉਹਨਾਂ ਨੇ ਵਿਦਿਆ ਪ੍ਰਾਪਤ ਕੀਤੀ ਫਰਾਲਾ, ਜਿੱਥੇ ਡੰਡਾ ਸਾਹਿਬ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਸਥਾਨ ਹੈ। ਹੋਰ ਅੱਗੇ ਪੜ੍ਹਾਈ ਸਪੋਰਟਸ ਕਾਲਜ ਜਲੰਧਰ ਕੀਤੀ, ਫੇਰ ਪਰਾ ਲਵਦ ਇੱਧਰ ਲੈ ਕੇ ਆਈ। ਨੱਕ ਨੱਥ
ਖਸਮ ਹੱਥ ਕਿਰਤ ਤੱਕੇ ਤੇ ਜਹਾਂ ਤਾਣੇ ਤਹਾਂ ਖਾਣੇ ਨਾਨਕਾ ਸਤੇ। ਇੱਧਰ ਆ ਕੇ ਫਿਰ ਹੋਰ ਪੜ੍ਹਾਈ ਕੀਤੀ, ਬਹੁਤ ਸੋਹਣੀ ਪੋਸਟ ਆਫਿਸ ਦੀ ਜੌਬ ਪ੍ਰਾਪਤ ਹੋਈ। ਪ੍ਰਲਬਧ ਸਰੀਰ ਦੇ ਅਨੁਸਾਰ ਇਹ ਮਿਲਦਾ ਹੈ ਕਿੱਥੋਂ ਕਿੱਥੋਂ ਇੱਥੇ ਆ ਕੇ ਆ 7 ਸਮੁੰਦਰਾਂ ਪਾਰ ਜਿਹੜੀ ਉਹ ਪ੍ਰਲਬਧ ਲੈ ਕੇ ਆਈ ਹੈ। ਤੇ ਇੱਥੇ ਆ ਕੇ ਉਹਨਾਂ ਨੇ ਨਾਲ ਦੁਨਿਆਵੀ ਪੜ੍ਹਾਈ ਦੇ ਜਿਹੜੀ ਪਰਾ ਵਿਦਿਆ ਹੈ ਅਪਰਾ ਵਿਦਿਆ ਦੋ ਹਨ, ਉਹ ਵੀ ਪ੍ਰਾਪਤ ਕੀਤੀ। ਨਾਮ ਬਾਣੀ ਦੇ ਨਾਲ ਆਪ ਜੁੜੇ, ਹੋਰਨਾਂ ਨੂੰ ਜੋੜਿਆ, ਖੰਡੇ ਬਾਟੇ ਦੇ ਅੰਮ੍ਰਿਤ ਛਕੇ ਗੁਰੂ ਵਾਲੇ ਹੋ ਬਣੇ। ਕਿਉਂਕਿ ਗੁਰੂ ਤੋਂ ਬਿਨਾ ਗਤ ਨਹੀਂ, ਸ਼ਾਹ ਤੋਂ ਬਿਨਾ ਪਤ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਹੁਕਮ ਸਾਡੇ ਸਾਰਿਆਂ ਵਾਸਤੇ ਹਨ। ਪੂਜਾ ਅਕਾਲ ਕੀ, ਦੀਦਾਰ ਖਾਲਸੇ ਦਾ, ਪਰਚਾ ਸ਼ਬਦ ਦਾ। ਇਹ ਸਤਿਗੁਰੂ ਜੀ ਦਾ ਹੁਕਮ ਹੈ। ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗ੍ਰੰਥ ਕੀਤੇ। ਜੋ ਪ੍ਰਭ ਕੋ ਮਿਲਵੋ ਚਾਹੈ, ਉਹ ਸ਼ਬਦ ਮੈਨੇ। ਰਾਜ ਕਰੇਗਾ ਖਾਲਸਾ, ਕੀ ਰਹੇ ਨ ਕੋ। ਪਾਰ ਹੋਏ ਸਭ ਮਿਲੇਂਗੇ, ਬਜੇ ਸ਼ਰਨ ਲੋਏ। ਉਹ ਵਾਹਿਗੁਰੂ ਨਾਨਕ ਜਹਾਜ ਹੈ, ਚੜੇ ਉਤਰੇ। ਜੋ ਸ਼ਰਦਾ ਕਰਦੇ ਮਿਲੇ, ਗੁਰੂ ਪਾਏ ਉਤਾਰਨਾਰ। ਵਾਹਿਗੁਰੂ 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 ਗੁਰ ਮੰਤਰ ਹੈ, ਜਪ ਹੋਮੇ ਖੋਈ। ਹੁਣ ਉਹਨਾਂ ਨੇ ਖੰਡੇ ਬਾਟੇ ਦੇ ਅੰਮ੍ਰਿਤ ਛਕੇ। ਅਖੰਡ ਕੀਰਤਨੀ ਜਥੇ ਇਸ ਤਰ੍ਹਾਂ ਕੀਰਤਨ ਵੀ ਕਰਦੇ। ਇਹ ਧੁਨ ਵਾਹਿਗੁਰੂ ਵਾਹਿਗੁਰੂ ਦੀ ਕਿੰਨੇ ਪਿਆਰ ਨਾਲ ਉਸੇ ਦਾ ਰੂਪ ਬਣ ਕੇ ਉਚਾਰਨ ਕਰਦੇ। ਕਿਉਂਕਿ ਇਹ ਮੰਤਰ ਐਸਾ ਫੋਰਸਫੁਲ ਮੰਤਰ ਹੈ ਜਿਹੜਾ ਸਾਡੇ ਸਵਾਸ ਤੇ ਆ ਜਾਂਦਾ। ਪਹਿਲਾਂ ਉਮਰਾਂ ਲੰਬੀਆਂ ਸਨ, ਮੰਤਰ ਵੱਡੇ ਸਨ, ਓਮ ਕਹਿ ਕੇ ਸ਼ੁਰੂ ਹੁੰਦੇ, ਫਿਰ ਨਵੇਂ ਤੇ ਸਮਾਪਤ ਹੁੰਦੇ। ਪਰ ਹੁਣ ਕਲਯੁਗ ਦਾ ਸਮਾਂ, ਉਮਰਾਂ ਬਹੁਤ ਛੋਟੀਆਂ ਹਨ
ਤੇ ਕਿਹੋ ਜਿਹੇ ਸਮੇਂ ਆ ਗਏ ਜੋ ਆਪਾਂ ਦੇਖ ਰਹੇ ਹਾਂ। ਨੀਕੀ ਕੀਰੀ ਮੈਂ ਕੱਲ ਰੱਖੈ, ਭਸਮ ਕਰੈ ਲਸਕਰ ਕੋਟ ਲੱਖ। ਆ ਜਿਹੜੀ COVID-19 ਹੈ, ਕਰੋਨਾ, ਹੁਣ ਇਹ ਵਾਇਰਸ ਹੀ ਹੈ, ਛੋਟੀ ਜੀ, ਕਿੰਨਾ ਲੱਖਾਂ ਦੀ ਤਾਦਾਦ ਦੇ ਵਿੱਚ ਕਿੰਨਿਆਂ ਨੂੰ ਇਸ ਨੇ ਖਤਮ ਕਰ ਦਿੱਤਾ ਹੈ। ਤੇ ਇਹ ਜਿਹੜਾ ਮੰਤਰ ਹੈ, ਹੁਣ ਸਾਹ ਦੀ ਇਹ ਬਿਮਾਰੀ ਹੈ, ਹੁਣ ਸਾਰੀ ਕੋਈ ਐਸਾ ਮੰਤਰ ਹੈ ਜਿਹੜਾ ਸਾਰੀਆਂ ਹੀ ਬਿਮਾਰੀਆਂ ਦੂਰ ਕਰ ਦੇਵੇ। ਸਰਵ ਰੋਗ ਕਾ ਔਖਦ ਨਾਮ, ਇਹ ਦਵਾਈ ਹੈ, ਹਰ ਔਖਦ ਸਭ ਘਟ ਹੈ ਪਾਈ। ਦਵਾਈ ਵੀ ਫਿਰ ਰਾਸ ਆ ਜਾਂਦੀ ਹੈ। ਆ ਡਾਕਟਰ ਪਰਮਵੀਰ ਸਿੰਘ ਜੀ ਰਾਹੁਲ ਆਏ ਨੇ, ਇਹਨਾਂ ਦੇ ਨਾਲ ਉਹਨਾਂ ਦਾ ਬਹੁਤ ਪਿਆਰ ਸੀ। ਇਹ ਉੱਥੇ ਇੰਡੀਆ ਵੀ ਜਦੋਂ ਰਤਵਾੜਾ ਸਾਹਿਬ ਜਾਂਦੇ ਹਨ, ਉੱਥੇ ਦਵਾਈਆਂ ਦਿੰਦੇ ਨੇ, ਮਹਾ ਡਾਕਟਰ ਹਨ। ਹੁਣ ਇਹਨਾਂ ਨੇ ਇਹ ਨਾਲ ਇਹ ਵੀ ਕਹਿਣਾ ਕਿ ਦਵਾਈ ਦੇ ਉੱਤੇ ਮੰਤਰ ਪੜੋ। ਸਾਡਾ ਤਾਂ ਮੰਤਰੀ ਸਵਾਸ ਤੇ ਆ ਜਾਂਦਾ, ਅੰਦਰ ਨੂੰ ਜਾਂਦੇ ਵਾਹੇ, ਬਾਹਰ ਨੂੰ ਆਉਂਦੇ ਗੁਰੂ। ਹੁਣ ਇਹ ਬੈਲੈਂਸ ਬਣ ਜਾਂਦਾ ਹੈ, ਸਵਾਸ ਤੇ ਆ ਗਿਆ, ਫਿਰ ਸਾਰੀਆਂ ਚਿੰਤਾ ਵੀ ਖਤਮ ਹੋ ਜਾਂਦੀਆਂ ਨੇ। ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਇਸ ਅਭਿਆਸ ਨੂੰ ਉਹਨਾਂ ਨੇ ਆਪ ਕੀਤਾ, ਕਿਉਂਕਿ ਇਹ ਸਾਰੇ ਦੁੱਖਾਂ ਦਾ, ਰੋਗਾਂ ਦਾ ਇਲਾਜ ਹੈ। ਜਿਹੜੀ ਮੈਡੀਟੇਸ਼ਨ ਹੈ, ਇੱਕ ਤਰ੍ਹਾਂ ਦੀ ਇਹ ਮੈਡੀਸਨ ਹੈ। ਤੇ ਉਹ ਜਦੋਂ ਅੰਮ੍ਰਿਤ ਛਕਣ ਤੋਂ ਬਾਅਦ, ਹੁਣ ਨਾਮ ਤਾਂ ਜਪਦੇ ਹੀ ਸਨ, ਰਾਮ ਰਾਮ ਸਭ ਕੋ ਕਹਿ ਕਿਹਾ ਰਾਮ ਨਾ ਹੋਏ। ਪਰ ਜੋ ਜੁਗਤ ਹੁੰਦੀ ਹੈ, ਉਹ ਜਿਹੜੇ ਗੁਰਮੁਖ ਪਿਆਰੇ, ਗੁਰਮੁਖ ਗਾਡੀ ਰਾਹ ਚਲਾਇਆ। ਕਿਉਂਕਿ ਸਿੱਧਾ ਨੇ ਸਵਾਲ ਕੀਤਾ ਸੀ ਕਿ ਨਾਨਕ ਦੁਨੀਆ ਦੁੱਤਰ ਕਹੀਏ, ਕਿਉਂ ਕਰ ਪਾਈਐ ਪਾਰੋ। ਕਿ ਦੁਨੀਆ ਤਾਂ ਨਾਂ ਤਰਨ ਵਾਲੀ ਹੈ, ਸਿੱਧ ਕਹਿੰਦੇ ਇਹਨਾਂ ਨੂੰ ਕਿਵੇਂ ਪਾਰ ਕਰ ਸਕਦੇ ਹੋ। ਤਾਂ ਸਿੱਧ ਤਾਂ ਕਿਨਾਰਾ ਕਰ ਗਏ ਸੀ ਦੁਨੀਆ ਤੋਂ। ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਦੇ ਨੇ ਕਿ ਦੁਨੀਆ ਦਾ ਕੀ ਹਾਲ ਹੈ, ਕਹਿੰਦੇ ਤੁਸੀਂ ਚੰਗੇ ਪੁਰਸ਼ਾਂ ਨੂੰ ਤਾਂ ਕੱਢ ਲਿਆ, ਰਾਜੇ ਚੰਗੇ ਸਨ, ਉਹਨਾਂ ਨੂੰ ਕੰਨਾਂ 'ਚ ਮੁੰਦਰਾਂ ਪਵਾ ਦਿੱਤੀਆਂ, ਇੱਥੇ ਪਹਾੜਾਂ ਤੇ ਬਿਠਾ ਦਿੱਤਾ, ਯੋਗੀ ਬਣਾ ਦਿੱਤਾ। ਚੰਗਿਆਈ ਕੱਢ ਲਓ, ਫਿਰ ਪਿੱਛੇ ਬਰਿਆਈ ਹੀ ਰਹਿ ਜਾਂਦੀ ਹੈ। ਤੇ ਉਹ ਸਵਾਲ ਕਰਦੇ ਨੇ ਕਿ ਕਿਤ ਕਿਤ ਵਿਦ ਜਗ ਉਪਜੇ ਪੁਰਖਾ, ਕਿਤ ਕਿਤ ਵਿਦ ਦੁਖ ਬਿਨ ਸਜਾਈ। ਕਿਤ ਕਿਤ ਜਗ ਉਪਜੇ ਪੁਰਖਾ, ਕਿਤ ਕਿਤ ਵਿਦ ਦੁਖ ਬਿਨ ਸਜਾਈ। ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰੈ ਦੁਖ ਪਾਈ। ਹੁਣ ਇਹ ਜਿਹੜੀ ਹਉਮੈ ਕਰਕੇ ਸਾਰਾ ਇਹ ਚੱਲਦਾ ਹੈ। ਹਉਮੈ ਦਾ ਜਿਹੜਾ ਇਲਾਜ ਹੈ, ਕਿਉਂਕਿ ਹਉਮੈ ਰੋਗ ਮਾਨੁਖ ਕੋ ਦੀਨਾ, ਇਹ ਜਿਹੜਾ ਇਸ ਦਾ ਇਲਾਜ ਹੈ, ਜਿਨ ਰਚ ਰਚਿਆ ਪੁਰਖ ਵਧਾਤੇ ਨਾਲੇ ਹਉਮੈ ਪਾਈ। ਇਹਦਾ ਇਲਾਜ ਹਉਮੈ ਰੋਗ ਦਾ ਵਾਹਿਗੁਰੂ ਮੰਤਰ ਹੈ। ਸਾਰੇ ਰੋਗਾਂ ਦਾ ਹੀ ਇਹ ਇਲਾਜ ਹੈ। ਹਉਮੈ ਤਾਂ ਬਹੁਤ ਵੱਡਾ ਰੋਗ ਹੈ। ਇਹਨੂੰ ਅੰਗਰੇਜ਼ ਲੋਕ ਟਰਾਂਸਲੇਸ਼ਨ ਜੇ ਕਰੀਏ ਇੰਗਲਿਸ਼ 'ਚ ਤਾਂ ਸ਼ਬਦ ਨਹੀਂ, ਈਗੋ ਕਹਿੰਦੇ ਹਨ, ਪਰ ਈਗੋ ਹੰਕਾਰ ਨੂੰ ਕਿਹਾ ਜਾਂਦਾ ਹੈ। ਤੇ ਇਸ ਤਰ੍ਹਾਂ ਬਾਬਾ ਸਤਨਾਮ ਸਿੰਘ ਜੀ ਨੇ ਅੰਮ੍ਰਿਤ ਛਕਿਆ। ਜੁਗਤ ਮਹਾਂਪੁਰਸ਼ਾਂ ਨੇ ਫਿਰ ਦੱਸੀ ਕਿ ਤੁਸੀਂ ਇਸ ਤਰ੍ਹਾਂ ਦੇ ਨਾਲ ਆਪ ਕਰਿਆ ਕਰੋ, ਹੋਰਨਾਂ ਨੂੰ ਵੀ ਇਹ ਕਰਾਇਆ ਕਰੋ। ਆਪ ਜਪੋ ਅਵਰਹ ਨਾਮ ਜਪਾਵੋ। ਕਿਉਂਕਿ ਜੋ ਸਿੱਧਾਂ ਦਾ ਸਵਾਲ ਦਾ ਜਵਾਬ ਸੀ, ਗੁਰੂ ਬਾਬਾ ਜੀ ਨੇ ਦਿੱਤਾ ਕਿ ਜਿਹੜਾ ਇਹ ਸਵਾਲ ਦਾ ਜਵਾਬ ਹੈ, ਇਹ ਸਤ ਸੰਗਤ ਪਾਰ ਲਾਵੇਗੀ। ਗੁਰਮੁਖਾਂ ਦੀ ਸੰਗਤ ਇਹ ਪਾਰ ਲਾਊ ਤੇ ਇਹਦੇ ਵਿੱਚੋਂ ਜੁਗਤ ਮਿਲੂ। ਜਿਹੜਾ ਸਾਰੇ ਦੁੱਖਾਂ ਦਾ, ਸਾਰੇ ਰੋਗਾਂ ਦਾ ਇਲਾਜ ਹੈ, ਉਹ ਇਹੀ ਹੈ। ਸਾਸ ਸਾਸ ਸਿਮਰੋ ਗੋਬਿੰਦ, ਸਾਸ ਸਾਸ ਸਿਮਰੋ ਗੋਬਿੰਦ। गोविंद सास सिमरो गोविंद।
हर श्वास दे नाल सिमरो, ਉਹਨੂੰ याद करो। जे असीं सिख हाँ तां इहदी जिहड़ी डेफिनेशन है, परिभाषा है, वो यही है। सतगुर का जो सिख रखाए, जो पल के हर नाम ते आवे। उद्यम करे पल के सुरवाती, शांत रे अमृत सर नावे। जे गुरु दे सिख अखवाउंदे आ तां ही अखवाउण दे हकदार हां। जे असी इस तरह दे नाल करते हाँ, गुरु सतगुर का जो सिख अखाए, सो भल के उठ हर नाम ते आवे कि ध्यान च बैठे, उद्यम करे भल के परवाती, इशनान करे अमृत सर नावे। हुण अमृत दा सरोवर हरिमंदर साहब बाणी पढ़ी जाती, 24 घंटे बाणी का प्रवाह चलता, पानी च असर होया, कितने बड़ी बख्शिश हुंदी है। रामदास सरोवर नाते सब उतरे पाप कमाते। इसे तरह शरीर दे अंदर भी सरोवर है, नौ निध अमृत प्रभ का नाम, देही में इसका विश्राम। जो ब्रह्मंडे सोई पिंडे, जो खोजे सो पावे। फिर ध्यान च बैठे कर इशनान, सिमर प्रभ अपना मन तन पे, और रोगा कोट विघन लाथे प्रभ शरणा, प्रगटे भले संजोगा। देश गुरु हर हर जप जप, सब किल विख पाप दुख ले जावे। हुण जिहड़े किल विख पाप, चार पाप हन, ब्राह्मण, केली, घात, कंजका, ये किल विख पाप भी उतर जाते हैं। अगे फिर की करे, दिन चढ़ता है, चढ़े तिस गुरबाणी गावे, कहने उठदे हर नाम ते आवे। जो सास रास ते आए मेरा हर हर, सो गुर सिख गुरु मन पावे। ऐसे गुरसिख तुहाडे इस शहर दे विच बाबा सतनाम सिंह जी होए, जिन्हां ने ये बचन कमाया, अपने घर दे विच ही अमृत वेले हर ऐतवार इस साधन करते ते करवाउंदे सत्संग, इस उपदेश नूं कमाउंदे। हुण किन्नी जग्यासू जैनां दी जग्यासा दी पूर्ति हुंदी, किड्डी किड्डी दूर तो ये बेकरसफील्ड किड्डी दूर है। संधू परिवार ये भी उस सत्संग च आउंदे, अज भी पहुंचे ने, क्योंकि एक लगन सी कि ये जाना है, अभ्यास करना।
45 ਮਿੰਟ ਦਾ ਸਮਾਂ ਇਸ ਤਰ੍ਹਾਂ ਸਵਾਸ ਦੇ ਰਾਹੀਂ ਅਭਿਆਸ ਕਰਾਇਆ ਕਰਦੇ। ਇੱਕ ਵਾਰੀ ਸ੍ਰੀ ਅਨੰਦਪੁਰ ਸਾਹਿਬ ਕਿਲਾ ਆਨੰਦਗੜ੍ਹ ਤੋਂ ਮਹਾਪੁਰਸ਼ ਬਾਬਾ ਲਾਭ ਸਿੰਘ ਜੀ ਆਏ ਥੇ। ਸਤਸੰਗ 'ਚ ਬੈਠੇ, ਕਹਿੰਦੇ ਸੁਣਿਆ ਸੀ ਕਿ ਪਹਿਲੇ ਸਮਿਆਂ 'ਚ ਇਸ ਤਰ੍ਹਾਂ ਗੁਰਸਿੱਖ ਕਰਿਆ ਕਰਦੇ, ਇਸ ਤਰ੍ਹਾਂ ਦੇ ਉਤਰੰਗ ਸਾਧਨ ਕਰਿਆ ਕਰਦੇ। ਕਹਿੰਦੇ ਅੱਜ ਇੱਥੇ ਪ੍ਰਤੱਖ ਦੇਖਿਆ, ਪੁਰਾਤਨ ਸਮਾਂ ਸੁਣਿਆ ਸੀ ਪਰ ਅੱਜ ਅੱਖਾਂ ਨਾਲ ਵੇਖਿਆ ਹੈ। 10 ਮਿੰਟ ਬੋਲ ਕੇ ਕਰਨਾ, ਕਿਵੇਂ ਕਿ ਅੰਦਰ ਨੂੰ ਸਵਾਸ ਜਾਂਦਾ ਵਾਹੇ, ਜਦੋਂ ਬਾਹਰ ਨੂੰ ਆਉਂਦਾ ਗੁਰੂ। ਡੂੰਘਾ ਸਵਾਸ ਇਨਹੇਲ, ਬਰੀਥ ਜਾਂਦਾ, ਫਿਰ ਇਹਦੇ ਤੇ ਸਵਾਰ ਕੀ ਕਰਨਾ ਵਾਹੇ। ਪਹਿਲਾਂ ਵੈਖਰੀ ਬਾਣੀ ਚ ਬੋਲ ਕੇ ਵਾਹਿਗੁਰੂ ਵਾਹਿਗੁਰੂ, ਮੱਧਮਾਂ ਦੇ ਵਿੱਚ ਬੁੱਲ ਹਿੱਲਣਗੇ, ਜੀਭ ਵੀ ਹਿਲਦੀ ਹੈ ਪਰ ਅੰਦਰ ਆਵਾਜ਼ ਸੁਣਦੀ, ਬਾਹਰ ਨਹੀਂ। ਫਿਰ ਉਸ ਤੋਂ ਬਾਅਦ ਪਸੰਤੀ ਬਾਣੀ, ਉਹਦੇ ਵਿੱਚ ਕੀ ਹੁੰਦਾ, ਬਿਨ ਜਿਹਬਾ ਜੋ ਚਪੇ ਤੇ ਆਏ, ਕੋਈ ਜਾਣੇ ਕੈਸਾ ਨੋ। ਉਸ ਤੋਂ ਬਾਅਦ ਅਵਸਥਾ ਕੀ ਹੁੰਦੀ, ਸਵਾਸ ਤੇ ਆ ਜਾਂਦਾ ਹੈ। ਕਿੱਡੀ ਉੱਚੀ ਅਵਸਥਾ ਨੂੰ ਪਰਾਬਾਣੀ ਕਿਹਾ ਹੈ। ਜਿਨ ਸਾਥ ਰਾਤ ਨ ਬਿਸਰੈ, ਹਰ ਨਾਮਾ ਮਨ ਮੰਤ, ਤਨ ਸੇ ਸ੍ਰੀ ਨਾਨਕਾ, ਪੂਰਨ ਹੋਈ ਸੰਤ। ਸੰਤ ਕਿਸੇ ਭੇਖ ਦਾ ਨਾਮ ਨਹੀਂ, ਉਹ ਅਵਸਥਾ ਦਾ ਨਾਮ ਹੈ ਜਦੋਂ ਇਹ ਸਵਾਸ ਤੇ ਆ ਜਾਂਦਾ ਹੈ। ਭਾਵੇਂ ਉਹ ਗ੍ਰਸਤ ਚ ਹੈ, ਭਾਵੇਂ ਵਿਹੰਗਮ ਮਾਰਗ ਇਖਤਿਆਰ ਕਰਦਾ ਹੈ, ਪਰ ਅਸਲ ਅੰਦਰਲੀ ਅਵਸਥਾ ਜਿਹੜੀ ਇਹ ਪ੍ਰਾਪਤੀ ਹੋ ਜਾਵੇ, ਉਸ ਅਵਸਥਾ ਦਾ ਨਾਮ ਇਹ ਹੈ। ਤੇ ਫਿਰ ਉਹ ਜਦੋਂ ਇਸ ਤਰ੍ਹਾਂ ਦੇ ਨਾਲ ਸਾਹ ਲੰਬਾ ਲੈ ਕੇ ਕਰਨਾ ਹੁੰਦਾ ਹੈ, ਸਵਾਸ ਅੰਦਰ ਨੂੰ ਜਾਂਦਾ, ਵਾਹੇ ਬਾਹਰ ਨੂੰ ਆਉਂਦਾ, ਗੁਰੂ ਕਰਨਾ ਕੀ ਹੈ, ਸੁਣਨਾ ਹੈ। ਉਹ ਇਸ ਤਰ੍ਹਾਂ ਦੇ ਨਾਲ 10 ਮਿੰਟ ਬੋਲ ਕੇ ਕਰਦੇ ਕਿ ਅੰਦਰ ਨੂੰ ਇਹ ਧੁਨ ਬਣ ਜਾਂਦੀ ਹੈ। ਧੁਨ ਮੈਂ ਧਿਆਨ ਮੈਂ ਜਾਣਿਆ, ਗੁਰਮੁਖਾ ਕਥ ਕਹਾਣੀ। ਜਦੋਂ ਸਵਾਸ ਲੋ ਪੂਰਾ ਪੇਟ ਤੋਂ ਲੋ, ਰੀੜ ਦੀ ਹੱਡੀ ਸਿੱਧੀ ਰੱਖੋ 90 ਡਿਗਰੀ ਤੇ ਅੰਦਰ ਨੂੰ ਸਵਾਸ ਜਾਂਦਾ, ਪੇਟ ਬਾਹਰ ਨੂੰ ਆਵੇ। ਕੀ ਸੁਣੋ, ਵਾਹੇ ਹੁਣ ਸਵਾਸ ਅੰਦਰ ਗਿਆ, ਭਰਿਆ ਹੋਇਆ ਗਿਆ, ਪ੍ਰਾਣ ਵਾਯੂ ਅੰਦਰ ਗਈ। ਬਾਹਰ ਨੂੰ ਜਦੋਂ ਆਉਣਾ ਹੈ, ਕਾਰਬਨ ਡਾਈਆਕਸਾਈਡ ਨੇ ਅੰਦਰ ਨੂੰ, ਆਕਸੀਜਨ ਨੇ ਜਾਣਾ ਅੰਦਰੋਂ। ਫਿਰ ਸਵਾਸ ਬਾਹਰ ਨੂੰ ਵੀ ਖਾਲੀ ਨਾ ਹੋਵੇ, ਸਾਸ ਗਰਾਸ ਕੇ ਹੈ। ਉਦੋਂ ਕੀ ਸੁਣੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
सिमरो गोबिंद, मन अंतर की उतरे चिंद। जदों हुण जाना तो है ही सारिਆਂ ने, बाबा सतनाम सिंह जी का जाना होया। इथों 17 फरवरी नूं चले। ये प्यार ही है इन्हां दा कि ना राहुल परिवार, संधू परिवार उत्थे हर साल ही अखंड पाठ करवाउंदे, महापुरुषां दी याद मनाउंदे। बाबा जी साडे नाल ही इत्थों चले गए। पहले ही इस तरह दे नाल डिटैच्ड रहिंदी सी, क्योंकि रास में राज, जोग में जोगी, तप में तपीसर, गृहस्थ में भोगी। ध्याए ध्याए भगतां सुख पाया, नानक तिस पुरख का किने अंत ना पाया। ते उत्थे अखंड पाठ होए, ये दोवें परिवार करदे सन। ते उस तो बाद कीर्तन रागी जथे ने कीता। आप जी फिर उस तो बाद बचन करदे ने, कीर्तन करन लगे, क्योंकि उन्होंने इच्छा सी कि जदों अंत का यह समा आवे गुरु की याद बनी रहे। क्योंकि पहला भी इत्थे इस शहर दे विच जदों बैनीवाल साहब अखंड पाठ करया करदे सारे इकट्ठे होके, एक उन्होंने भाईचारे चों ही बाबा मोहर सिंह जी सन। उन्होंने आम ही उन्होंने गल करनी, उन्होंने शरीर किवें छड्डिया, मद की अरदास हो गई ते बाबा सतनाम सिंह जी की गोद दे विच सीस रखिया, आराम नाल ही शरीर छड्ड दिता। ये वो बार बार दसदे, अपना भी इस तरह दे नाल भेत रख जांदे। ते उत्थे वीरे बचन करदे हन। ते वो बचन क्योंकि उन्हां दी जिहड़ी आस्था, वो तां दृढ़ विश्वास ये गुरु ग्रंथ साहब पातशाह जी दे उपर पूरा सी। क्योंकि ये नहीं कि हुणे ही है, ये जुगो जुग अटल हन। सतयुग दे विच की सी, उस समय भी सुख राजे हरिचंद कर, नार सुतारा लोचन राणी। हुण वो की करदी सी, साध संगत मिल गामदे, राती जाए सुने गुरबाणी। उदों भी सत्संग करदे, गुरबाणी सुनदे, क्योंकि जुगो जुग अटल है। दे कदे धारी जे होवे, धारण भी कीती है। हुण दे तां गुरु नहीं, बाणी गुरु है। जिहड़े बचन आउंदे ने, सतगुरु बचन बचन है सतगुरु। पादर मुक्त जनावेगो, इस जहाज नूं चढ़ के पार लग जांदे ने। क्योंकि शरीर तां औगणी भरिया शरीर है, क्यों संत हो निर्मल होए। शरीर तां इहदियां व्याधियां हन, जमदा है मरदा है। ये जिथे इहदे विच रख दिता नाम, नाल होमे भी रख दिती। ते होमे नावे नाल विरोध है, दोए न वसे इक ठाए। जिथे दो गल्लां आ जांदियां, उत्थे नाम दी तां गल रहिंदी ही नहीं, दूसरी राग जां द्वेष खड़ा हो जांदा है। 5 कलेश ने, असमता, अविद्या, अभनवेश, राग, द्वेष। ते सारे कलेश जिहड़े दूर हुंदे ने, सिमरो सिमर सिमर सुख पावो, कल कलेश तन माहे मटावो। इसदी याद विच बैठ के श्वास श्वास ते जदों सिमरन आ जांदा है, मन अंतर की उतरे चिंद, फिर ये चिंतावां खत्म होंदियां। नहीं तो चिंता चिंतित ही दिसै सब कोई। उन्हां दे बचन आखिरी बचन साबित होए। हुण वो बचन सतगुरु दी हजूरी दे विच कर रहे हन। ते की कर रहे, कह रहे ने कि अज असीं इत्थे आ गए इन्हां देशां दे विच। बाबा जी दे जो बचन हन तुसीं सुणिया, ऑन रिकॉर्ड ने। क्योंकि वो बचन अटल वचन हन, साध वचन अटलादा। उहदे विच वो इस तरह दे सतगुरु जी दे बचन दृढ़ करवा रहे हन। दुखिया सब संसार, नानक दुखिया। ओ दुखिया सब संसार, नानक दुखिया दुखिया।
दुखिया सा संसार निक दुखिया, ओ दुखिया सा संसार निक दुखिया, निक दुखिया। नानक दुखिया नानक दुखिया, नानक दुखिया नानक दुखिया। नानक दुखिया नानक दुखिया, दुखिया दुखिया। दुखिया सब संसार नानक जी, दुखिया सब संसार दुखिया दुखिया। हंसुर तान बिंदुर रोया, रोवे कर आया, ओ अजे सरोवे मिठिया खाए, दर्द मिलत जाए। हुण जी भोग दी दुनिया सुख हुंदा तां कहंदे कि ਇਹ कनेडा ਇਹ अमरीका ਇੱਥੇ ਤਾਂ ਸਭ ਤੋਂ ਵੱਧ ਦੁਖੀ ਨੇ। ਵਾਇਰਸ ਵੀ ਇੱਥੇ ਜ਼ਿਆਦਾ ਮੌਤਾਂ ਲੈ ਕੇ ਆਏ। कैसे बचन आप जी करते, कहते जो गुरु बाबा जी ने यही कह दिता कि दुखिया सब संसार ये सारे आ गए। हुण इंद्र दा राज भाग किन्ना उहदे विच भोग दी जिंदगी, पर वो पदार्थ जिहड़े भौतिक पदार्थ हन ये मटीरियल है, मैटरलिज्म है, इहदे विच की सुख है। इंसान इत्थे की सोचता है, ईट ड्रिंक एंड बी मैरी और वी शैल हैव टू डाई। इत्थों दे तां इस तरह दे नाल सोचते ने, खाना पीना हसना सोना, विसर गया है मरना खसम विसार। खुआरी कीनी त्रिग जीवन नहीं रहना, भोग दी जिंदगी विच कदे सुख नहीं। आपी ने भोग भोग गए हुए बड़ पाव सदाया, ओ पट्टा हुआ सुनीदार गल रत चलाया। अग करनी कीरत वाती है लिखा न होवे पाउंदे, हुण सुनिया कारवाया। मन अंधे जन्म गवाया, मन अंधे जन्म गवाया। हुण वड्डा हुआ दुनियादार, बड़े बड़े जो दिसै लोग, तिनको व्यापै चिंता रोग। अज देखो सारी चिंतित ही दिसै सब कोई। चेत एक नहीं सुख होए, सुख दा नाम विच सुख नाही बहुता धन खाटे। सारा दस्या इहदे विच कि देश परदेश भरम लोक फिर भी किते सुख है नहीं। सुख दा नाम विच जे सुख को चाहे सदा शरण राम की। होर अगे वड्डियां दी गल करदे ने, रोवे रामन
ਕਾਲਾ ਪਿਆ, ਸੀਤਾ ਲਕਸ਼ਮਣ ਵਿਛੜ ਗਿਆ। ਓ ਰੋਵੇ राम गयो रावण गयो, जाको बहु परवार। कहो नानक थिर कृष्ण सुपने ज्यों संसार, जैसा सुपना रहन का तैसा संसार। पर ਇਹਦੇ ਨਾਲ ਚਿੱਤ ਲਾਈ ਬੈਠੇ ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਮੂਰਖਤਾਈ ਹੈ। ਜਦੋਂ ਏਡੇ ਵੱਡੇ ਵੱਡੇ ਹੋਏ ਉਹ ਵੀ ਨਹੀਂ ਰਹੇ। मजूर जिनके स्वामी रहते हजूर। पांडव भी रोए। हुण कृष्ण भगवान जी उन्हां दे सारथी रहे। जूए हार गया सब कुछ। अज्ञातवास दा समा किन्ना औखा लंघिया। अगे होर एग्जाम्पल मिसाल देंदे रहे। जा खोए गया एक ही कान पापी गया। ऐसे बड़े बड़े राजा चनबेजा दे मत्ती वर्ज व्यास पढ़ाया। सारा दस दिता कि तेरे नाल होना हो के रहा। भावी ने उन्होंने भी रोआया। बड़े बड़े रोए। रोवे राजे कन पड़ाए, कर मंग सिखिया जाए। दर दर पे कर सिखिया मंगदे। कन पाड़ के जोगी बने फिर। शांति का नाम तो बिना नहीं आई। मखटू हुए के कन पड़ाए, कर मंग सिखिया जाए। गुर पीर सदाए मंगण जाए, ताकि मूल न लाके पाए। गुरु बाबा जी कहते काल खाए किस हथों दे, नानक रा पछाणे से। मसाए तीर अंत काल मत लागे तीर। बड़ वड्डे सिख मसायक पीर औलिए भी समें तो कि मता किते अंत मता सोई गता, किधर नु चला जावे मन। वो रोंदे ने डरदे ने। वो रोवे कृपन संचेतन जाए, पंडित रोवे ज्ञान गवाए। ओ पाली रोवे नाहे बतार, नानक दुखिया सब संसार। बड़िया बड़िया दा जिक्र करते होए आखिर दे विच कहंदे सारा संसार दुखी है। मैं जानिया दुख मुझको, दुख सवाया जग। ਉੱਚੇ चढ़ के देखिया घर कर रहा अग। ये बचन आखिरी साबित होए। ਹੁਣ ਉਹਨਾਂ ਬਚਨਾਂ ਦੇ ਵਿੱਚ ਅੱਜ ਤਾਂ ਔਨ ਰਿਕਾਰਡ ਹੈ, ਤੁਸੀਂ ਦੇਖੋ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਅਭਿਆਸ ਹੀ ਇੰਨਾ ਪਰਪੱਕ ਦੇ ਅਧਿਆਸ ਟੁੱਟਿਆ ਹੋਇਆ। ਆਤਮਦਰਸ਼ੀ ਮਹਾਪੁਰਸ਼, ਆਤਮ ਚਿੰਤਨ ਕਰਨ ਵਾਲੇ ਅੱਜ ਵੀ ਜੋ ਹੁਕਮ ਆਇਆ ਉਹਦੇ ਵਿੱਚ ਇਹ ਆਇਆ ਕਿ ਸਹਿਜ ਸਮਾਦ ਆਨੰਦ ਸੁਖ। ਹੁਣ ਇਹ ਕਿੱਥੇ ਨੇ? ਪੂਰੇ ਗੁਰ ਤੇ ਪਾਈ ਐਸੀ ਪ੍ਰਾਪਤੀ ਕੀਤੀ। ਇਹ ਹੁਣ ਪਹਿਲਾਂ ਕਿਉਂਕਿ ਮਹਾਪੁਰਸ਼ਾਂ ਨੇ ਜਿਹੜਾ ਇਹ ਆਤਮ ਮਾਰਗ ਮੈਗਜ਼ੀਨ ਸ਼ੁਰੂ ਕੀਤਾ, ਬੜਾ ਖੋਲ ਖੋਲ ਕੇ ਦੱਸਿਆ ਉਹਦੇ ਵਿੱਚ। ਜੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ, ਮਾਤਾ ਜੀਤੋ ਜੀ ਜੋ ਬਾਅਦ ਚ ਅੰਮ੍ਰਿਤ ਛਕ ਕੇ ਅਜੀਤ ਕੌਰ ਪਵਿੱਤਰ ਨਾਮ ਹੋਇਆ, ਉਹਨਾਂ ਨੂੰ ਇਹ ਉਪਦੇਸ਼ ਬਖਸ਼ਿਸ਼ ਹੋਇਆ। ਉਹ ਸਤ ਸੰਗ ਦਾ ਸੰਗ੍ਰਹਿ ਸੁਰਤ ਸ਼ਬਦ ਮਾਰਗ ਪੁਸਤਕ ਹੈ। ਨੈਟ ਤੇ ਵੀ rtwada.com ਤੇ ਜਾਓ, ORG ਤੇ ਹਨ ਵੈਬਸਾਈਟ, ਉੱਥੋਂ ਪੜ੍ਹ ਲਓ। ਇੰਗਲਿਸ਼ ਚ ਵੀ, ਹਿੰਦੀ, ਪੰਜਾਬੀ ਉਪਲਬਧ ਹੈ। ਉਹਦੇ ਵਿੱਚ ਦੱਸਿਆ ਕਿ ਕਿਵੇਂ ਸਮਦਮ ਜਮਨਿਜ਼ਮ ਅਪਣਾਉਣੇ ਨੇ। ਇਹ ਬਿਨ ਗੁਣ ਕੀਤੇ ਭਗਤ ਨਾ ਹੋਏ। ਫਿਰ ਉਹ ਤੋਂ ਅੱਗੇ ਆਸਣ ਹੈ ਕਿ ਇੱਕ ਆਸਣ 'ਚ ਬੈਠਣਾ। ਘਰ ਜਿਹੜੇ ਤੁਸੀਂ ਬਣਾਏ ਨੇ
ਇਹਨਾਂ 'ਚ ਬਹੁਤ ਸੋਹਣੇ ਘਰ ਹਨ। ਆਰਕੀਟੈਕਟ ਜਿਹੜੇ ਗੋਰੇ ਡਿਜ਼ਾਈਨ ਕਰਦੇ ਨੇ, ਬੜਾ ਸੋਹਣਾ ਇਹਦੇ ਵਿੱਚ ਖਾਣ ਪੀਣ ਦਾ, ਰਹਿਣ ਸਹਿਣ ਦਾ, ਪੈਣ ਦਾ, ਸੌਣ ਦਾ ਸਾਰਾ ਪ੍ਰਬੰਧ ਹੈ। ਡਾਈਨਿੰਗ ਰੂਮ ਹੈ, ਡਰਾਇੰਗ ਰੂਮ ਹੈ, ਕਿੰਨਾ ਕੁਝ ਹੈ। ਪਰ ਜਿੱਥੇ ਮੈਡੀਟੇਸ਼ਨ ਰੂਮ ਨਹੀਂ, ਫਿਰ ਉਹ ਘਰ ਵੀ ਕਾਹਦਾ। ਜਿਹੜਾ ਘਰ ਦਿਖਾਏ ਤੇ ਜਿਹੜਾ ਅੰਦਰ ਦੀ ਰਿਸਰਚ ਕਰਨ ਵਾਸਤੇ ਕੋਈ ਜਗ੍ਹਾ ਨਹੀਂ। ਇੱਕ ਜਗ੍ਹਾ ਜ਼ਰੂਰ ਰੱਖੋ, ਉੱਥੇ ਰੋਜ਼ ਬੈਠੋ। ਹੁਣ ਬਾਬਾ ਸਤਨਾਮ ਸਿੰਘ ਦਾ ਘਰ ਦੇਖੋ, ਉੱਥੇ ਜਗ੍ਹਾ ਬਣੀ ਹੈ, ਉੱਥੇ ਸਾਰੇ ਬੈਠ ਕੇ ਅਭਿਆਸ ਕਰਦੇ, ਸਤਸੰਗ ਕਰਦੇ। ਫਿਰ ਆਸਣ ਸਿੱਧ ਹੋ ਗਿਆ, ਉਹ ਤੋਂ ਬਾਅਦ ਫਿਰ ਮਨ ਦੌੜਦਾ, ਪ੍ਰਾਣਾਯਾਮ ਦੇਖੋ ਕਿ ਕਿੱਧਰ ਨੂੰ ਜਾਂਦਾ। ਉੱਥੇ ਫਿਰ ਸਾਹ ਹੈ, ਅੰਦਰ ਨੂੰ ਜਾਂਦੇ ਵਾਹੇ, ਬਾਹਰ ਨੂੰ ਆਉਂਦੇ ਗੁਰੂ। ਪਹਿਲਾਂ 10 ਮਿੰਟ ਬੋਲ ਕੇ ਕਰਦੇ, ਫਿਰ 10 ਮਿੰਟ ਸੁਣਦੇ, ਫਿਰ 8 ਮਿੰਟ ਸੁਣਨਾ, 8 ਮਿੰਟ ਬੋਲਣਾ, ਫਿਰ 6 ਮਿੰਟ ਸੁਣਨਾ, ਅਖੀਰ ਤੇ 2 ਮਿੰਟ, ਫਿਰ 1 ਮਿੰਟ। ਕਿਉਂਕਿ 45 ਮਿੰਟ ਦਾ ਪੀਰੀਅਡ ਫਿਰ ਚੇਂਜ ਹੋ ਜਾਂਦਾ, ਦਿਮਾਗ ਗੱਲ ਫੜਦਾ ਨਹੀਂ। ਇਸ ਤਰ੍ਹਾਂ 45 ਮਿੰਟ ਇੱਥੇ ਅਭਿਆਸ ਹੁੰਦਾ ਸਵਾਸ ਰਾਹੀਂ। ਹੁਣ ਫਿਰ ਉਹ ਤੋਂ ਬਾਅਦ ਫਿਰ ਮਨ ਦੌੜਦਾ ਸਵਾਸ ਤੇ ਹੀ, ਇਹ ਮਨ ਉੱਡਣ ਪੰਖੇਰੂ ਬਣਕਾ। ਫਿਰ ਨਿਧਿਆਸਣ, ਉਹਨੂੰ ਪ੍ਰਤਿਹਾਰ ਕਿਹਾ ਕਿ ਰੋਕ ਕੇ ਲਿਆਉਣਾ। ਮਨ ਲੋਚੇ ਬਰਿਆਈਆਂ ਗੁਰਸ਼ਬਦੀ ਮਨ ਹੋੜੀ ਹੈ। ਇਸ ਤਰ੍ਹਾਂ ਕਰਦੇ ਕਰਦੇ ਫਿਰ ਧਾਰਨਾ। ਹੁਣ 12 ਸੈਕਿੰਡ ਮਨ ਰੁਕਣ ਲੱਗ ਗਿਆ, ਉਹਨੂੰ ਇੱਕ ਧਾਰਨਾ ਕਹਿੰਦੇ ਨੇ। 12 ਸੈਕਿੰਡ ਲੱਗਣ, ਕਿਉਂਕਿ ਚੱਲ ਤਾਂ 18 ਬੈਸਤ 12 ਸੋਵਿਤ 24 ਜਾਤ, ਅੰਦਰ ਨੂੰ ਸਵਾਸ ਜਾਂਦਾ। ਜੇ 12 ਸੈਕਿੰਡ ਲਓ, ਫਿਰ ਜਦੋਂ ਛੱਡੋ ਤਾਂ 12 ਸੈਕਿੰਡ ਲੱਗਣ। ਇਹਨੂੰ ਇੱਕ ਧਾਰਨਾ ਕਹਿੰਦੇ ਨੇ। ਇਹ ਮੰਤਰ ਨਾਲ ਰੁਕ ਜਾਂਦਾ। ਵਾਹਿਗੁਰੂ ਮੰਤਰ ਫੋਰਸਫੁਲ ਮੰਤਰ ਹੈ, ਸਵਾਸ ਤੇ ਆ ਜਾਂਦਾ। ਇੱਕ ਧਾਰਨਾ ਬਣ ਗਈ। ਧਾਰਨਾ 12 ਦਾ, 12 ਨੂੰ 12 ਨਾਲ ਮਲਟੀਪਲਾਈ ਕਰੋ, 2.5 ਮਿੰਟ ਅਪਰੋਕਸੀਮੇਟਲੀ ਹੋ ਜਾਂਦੇ ਨੇ। ਇਹਨੂੰ ਇੱਕ ਧਿਆਨ ਕਹਿ ਦਿੰਦੇ ਨੇ। ਹੁਣ ਧਿਆਨ 'ਚ ਫਿਰ ਧੁਨਮੈ ਧਿਆਨ, ਧਿਆਨਮੈ ਜਾਣਿਆ 3 ਤਰ੍ਹਾਂ ਦਾ ਧਿਆਨ ਹੈ। ਪ੍ਰਤੀਕ, ਸੰਪਤ, ਅਹੰਗ੍ਰਹਿ ਧਿਆਨ। ਅਹੰਗ੍ਰਹਿ ਧਿਆਨ ਤਾਂ ਇੱਕ ਬ੍ਰਹਮ ਗਿਆਨ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਫਿਰ ਉਹ ਤੋਂ ਬਾਅਦ ਜਿਹੜਾ ਹੈ 12 ਧਿਆਨ, ਤਾਂ ਇਹਦਾ ਅੱਧਾ ਕੁ ਘੰਟਾ ਹੋ ਜਾਂਦਾ ਹੈ। ਉਹਨੂੰ ਫਿਰ ਸਮਾਧੀ ਕਹਿੰਦੇ ਨੇ। ਜੋ ਅੱਜ ਹੁਕਮਨਾਮਾ ਵੀ ਸਤਿਗੁਰੂ ਜੀ ਨੇ ਬਾਬਾ ਸਤਨਾਮ ਸਿੰਘ ਜੀ ਦੇ ਅਖੰਡ ਪਾਠ ਤੇ ਭੋਗ ਤੋਂ ਉਪਰੰਤ ਜੋ ਅਰਦਾਸ ਹੋਈ, ਉਹਦੇ ਵਿੱਚ ਇਹ ਬਖਸ਼ਿਸ਼ ਕੀਤਾ ਕਿ ਜਿਹੜੀ ਸਹਿਜ ਸਮਾਧ ਹੈ, ਸਹਿਜ ਸਮਾਧ ਲੱਗੀ ਲਿਵੇ ਅੰਤਰ ਸੋ ਰਸ ਹੋਈ ਜਾਣੇ। ਕਿਉਂਕਿ ਉਹਨਾਂ ਨੇ ਅਭਿਆਸ ਹੀ ਇੰਨਾ ਕੀਤਾ। ਬਾਣੀ ਵੀ ਪੜ੍ਹਦੇ, ਜੋ ਬਾਣੀ ਕਹਿੰਦੀ ਉਹ ਵੀ ਕਰਦੇ, ਅਭਿਆਸ ਕਰਦੇ, ਹੋਰਨਾਂ ਨੂੰ ਵੀ ਜਪਾਉਂਦੇ। ਤੇ ਅੱਜ ਤਾਂ ਹੀ ਸਤਿਗੁਰੂ ਜੀ ਨੇ ਮੋਹਰ ਲਾਈ ਹੈ। ਹੁਕਮ ਵਿਆਖਿਆ ਜੋ ਵਾਕ ਆਇਆ, ਉਹਦੀ ਜੇ ਕਰੀਏ ਤਾਂ ਇਹ ਅੰਦਰ ਦੀ ਸਾਰਾ ਹੈ ਰਸਤਾ, ਇਹ ਸ਼ਬਦਾਂ 'ਚ ਨਹੀਂ ਆਉਂਦਾ। ਸਹਿਜ ਸਮਾਧ ਲੱਗੀ ਲਿਵੇ ਅੰਤਰ ਸੋ ਰਸ ਹੋਈ ਜਾਣੇ। ਹੁਣ ਉਹ ਐਸੀ ਸਮਾਧ ਹੈ, ਅੱਖਾਂ ਨਾਲ ਖੁੱਲੇ ਤਾਂ ਵੀ ਉਹੀ ਹੋ ਰਿਹਾ ਹੈ। ਸਾਰਿਆਂ 'ਚ ਉਹੀ ਪਰਮੇਸ਼ਰ ਨਜ਼ਰ ਆਉਂਦਾ। ਨਿਰਗੁਣ ਆਪ ਸਰਗਣ ਪੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਇਹ ਅਹੰਗ੍ਰਹਿ ਧਿਆਨ ਹੈ, ਇੱਕ ਬ੍ਰਹਮ ਗਿਆਨ ਹੈ। ਇਹਦੇ ਵਿੱਚ ਫਿਰ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿ 10 ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ। ਆਗਿਆ ਚੱਕਰ 'ਚ ਧਿਆਨ ਧਰ ਕੇ ਉੱਥੇ ਵੀ ਇਹ ਹੁੰਦਾ ਜਾਪ। ਫਿਰ ਸਹੰਸਰਾਰ ਦਲ ਕਮਲ ਲੰਘ ਕੇ ਤਿਰਕੁਟੀ ਟੁੱਟਦੀ ਹੈ। ਧਿਆਤਾ ਧਿਆਨ ਤੇ ਇੱਕ ਹੋ ਜਾਂਦਾ, ਗਿਆਤਾ ਗਿਆਨ ਗੇ ਇੱਕ ਹੋ ਜਾਂਦਾ। 10 ਦੁਆਰਾ ਫਿਰ ਅੱਗੇ ਸਾਰਾ ਕਾਇਨਾਤ ਰੋਮ ਰੋਮ ਗੁਰਮੁਖ ਰੋਮ ਰੋਮ ਹਰ ਧਿਆਵੇ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਅਵਸਥਾਵਾਂ ਹਨ। ਤੇ ਹੁਣ ਸੰਪਰਗਿਆਤ ਅਸੰਪਰਗਿਆਤ ਸਮਾਧੀ ਹੈ, ਨਿਰਵਿਕਲਪ ਸਾਵਿਕਲਪ ਸਮਾਧੀ ਹੈ। ਇਸ ਤੋਂ ਉੱਪਰ ਸਹਿਜ ਸਮਾਧ ਹੈ। ਹੁਣ ਇਸ ਤਰ੍ਹਾਂ ਦੇ ਨਾਲ ਕਰਦੇ ਕਰਦੇ ਬਚਨ ਵਿਸ਼ਵਾਸ ਪਰਪੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਉੱਤੇ ਇੱਥੇ ਬਹੁਤ ਆਉਂਦੇ। ਮਹਾਂਪੁਰਸ਼ਾਂ ਨੇ ਕਹਿਣਾ ਕਿ ਜੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੋਦ ਚੋਂ ਉਠਾਉਂਦਾ ਹੈ, ਕੱਢਦਾ ਹੈ, ਇਹ ਗੁਰੂ ਦੀ ਨਿੱਘੀ ਗੋਦ ਦਾ ਆਨੰਦ ਨਹੀਂ ਮਾਣਨ ਦਿੰਦਾ, ਉਹਦੇ ਨੇੜੇ ਨਾ ਜਾਇਓ। ਤੇ ਮੰਨੋ ਕੀ ਹੈ, ਉਹ ਉਪਦੇਸ਼ ਉਹਨਾਂ ਨੇ ਸਾਰੀ ਜ਼ਿੰਦਗੀ ਕਮਾਇਆ। ਜਪੋ ਖਾਲਸਾ ਤੁਸੀਂ ਜਾਗ ਦਿਓ ਤੇਨਾ, ਓ ਖਾਲਸਾ ਜੀ ਤੁਸੀਂ ਜਾਗ ਦਿਓ ਤੇਨਾ।
जपे नित वासुर एक बिना मन नेक न आने पूर्ण प्रेम प्रतीत करे व्रत को तीर्थ दान दया संग संयम एक बिना पूर्ण जोत जगे तट में तब खावत ताहे न खावत जाने ਉਹਨੂੰ ਕਿਹਾ ਖਾਲਸਾ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ ਪ੍ਰਮ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇਵ ਭੇਖ ਦਾ ਨਾਮ ਨਹੀਂ ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸ ਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ ਤੇ ਜਿਹੜੇ ਉਹ ਆਖਰੀ ਬਚਨ ਵੀ ਇਹੀ ਆਏ ਕਿ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਜਦੋਂ ਹੁਣ ਅਖੰਡ ਪਾਠ ਹੁੰਦਾ ਸਾਡੇ ਘਰ ਆਉਂਦੇ ਨੇ ਘਰ ਵਾਲੇ ਕੀ ਕਰਦੇ ਨੇ ਆਏ ਗਿਆ ਨੂੰ ਸੰਭਾਲਣ ਚ ਚਾਹ ਪਾਣੀ ਛਕਾਉਣ ਚ ਗੱਲਾਂ ਬਾਤਾਂ ਕਰਨ ਕਰਾਉਣ ਚ ਲੰਘਾ ਦਿੰਦੇ ਨੇ ਉਹ ਕਹਿੰਦੇ ਕਿ ਦੇਖੋ ਸੁਣੋ ਬਾਣੀ ਗੁਰੂ ਜੇ ਆ ਗਿਆ ਘਰ ਜੇ ਕੋਈ ਮਹਿਮਾਨ ਆਵੇ ਉਹਦੀ ਗੱਲ ਸੁਣਦੇ ਨਹੀਂ ਉਹਦੇ ਨਾਲ ਗੱਲ ਨਹੀਂ ਕਰਦੇ ਫਿਰ ਉਹ ਖੁਸ਼ ਹੋਵੇਗਾ ਕਹਿੰਦੇ ਹੁਣ ਗੁਰੂ ਆਏ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਇਹਦੇ ਵਿਸ਼ਵਾਸ ਲਿਆਓ ਭਰੋਸਾ ਲਿਆਓ ਕਹਿੰਦੇ ਤੁਹਾਡੇ ਕੰਮ ਆਪੇ ਸਾਰੇ ਠੀਕ ਹੋ ਜਾਣਗੇ ਇਹ ਬਚਨ ਕਰਦੇ ਕਰਦੇ ਜਦੋਂ ਆਖਰੀ ਇਹ ਬਚਨ ਕੀਤੇ ਕਿ ਦੇਖੋ ਪਤਾ ਨਹੀਂ ਕਦੋਂ ਚੁੱਕ ਲੈਣੇ ਨੇ ਕਿ ਕਦੋਂ ਕਿੱਥੇ ਸਿੱਟ ਦੇਣੇ ਕੋਈ ਪਤਾ ਨਹੀਂ ਹੁਣ ਇਹ ਕਰਦੇ ਕਰਦੇ ਦੇਖ ਤਾਂ ਹੁੰਦਾ ਨਹੀਂ ਬੜਾ ਔਖਾ ਹੈ ਜਦੋਂ ਐਸਾ ਸੀਨ ਸਾਹਮਣੇ ਹੋਵੇ ਪਰ ਹੁਣ ਵੀ ਨਹੀਂ ਦੇਖ ਹੁੰਦਾ ਹੁਣ ਤਾਂ ਫਿਲਮ ਬਣੀ ਹੈ YouTube ਤੇ ਪਿਆ ਹੈ ਪਰ ਉਹਨਾਂ ਦੇ ਜਿਹੜੇ ਅੰਤਮ ਇੱਛਾ ਸੀ ਕਿ ਅੰਤ ਮਤੇ ਇਹ ਬਣੇ ਕਿਉਂਕਿ ਅੰਤ ਦੇ ਸਮੇਂ ਜੇ ਅੰਤ ਕਾਲ ਜੋ ਲక్ష్ਮੀ ਸਿਮਰੈ ਜੇ ਇਸੇ ਪੈਸੇ ਚ ਯਾਦ ਕਰਦੇ ਰਹਿ ਗਏ ਕੀ ਬਣੋ ਸਰਪ ਜੌਨ ਵਲ ਵਲ ਉਤਰੈ ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ ਨਾਮ ਨਹੀਂ ਵਿਸਰਨਾ ਚਾਹੀਦਾ ਪਰ ਸਾਨੂੰ ਤਾਂ ਇਹੀ ਯਾਦ ਰਹਿੰਦਾ ਫਿਰ ਕਹਿੰਦੇ ਜੇ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੌਨ ਵਲ ਵਲ ਉਤਰੈ ਫਿਰ ਸੂਰ ਬਣਦਾ ਉਹਦੇ ਦੇਖੋ ਕਿੰਨੇ ਬੱਚੇ ਜਨਮ ਲੈਂਦੇ ਹਨ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਵੇਸਵਾ ਜੌਨ ਵਲ ਵਲ ਉਤਰੈ ਅੰਤ ਕਾਲ ਜੋ ਮੰਦਰ ਸਿਮਰੈ ਆ ਸੋਹਣੇ ਮੰਦਰ ਘਰ ਨੇ ਇਹਨਾਂ 'ਚ ਹੀ ਰਹਿ ਗਿਆ ਉਹ ਬਾਰ-ਬਾਰ ਇਹਨਾਂ ਨੂੰ ਡਾਕਟਰ ਸਾਹਿਬ ਨੂੰ ਕਹਿਣ ਕਿ ਆ ਘਰ ਬਹੁਤ ਸੋਹਣਾ ਹੈ ਇਹ ਘਰ ਸਾਨੂੰ ਦੇ ਦਿਓ ਹੁਣ ਘਰ ਯਾਦ ਹੀ ਬਣ ਗਈ ਉਹ 5 ਦਿਨ ਜਿਹੜੇ ਉੱਥੇ ਰਹੇ ਇਹੀ ਗੱਲਾਂ ਚੱਲਦੀਆਂ ਘਰ ਦੀਆਂ ਕਿ ਕਿਹੜਾ ਘਰ ਹੈ ਉਹ ਫਿਰ ਕਹਿਣਾ ਕਿ ਉਹਦਾ ਕੋਡ ਹੈ ਇਸ਼ਾਰੇ ਮਾਤਰ ਗੱਲ ਸਮਝਾਉਂਦੇ ਕਿਉਂਕਿ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖਲੀਜੈ ਇਹਨਾਂ ਦੇ ਜਾਂਦਿਆਂ ਉੱਥੇ ਕੋਟ ਲੱਗਦਾ ਕਹਿੰਦੇ ਇੱਥੇ ਜਿਹੜਾ ਵਾਹਿਗੁਰੂ ਮੰਤਰ ਹੈ ਉਹ ਘਰ ਮੈਂ ਘਰ ਦਿਖਾਏ ਦੇ ਸਤਿਗੁਰ ਪੁਰਖ ਸਜਾਣ ਉਸ ਘਰ ਦੇ ਵਿੱਚ ਜਿੱਥੇ ਨਾਮ ਹੈ ਉਹ ਦਿਖਾ ਦੇਵੇ ਕੌਣ ਦਿਖਾਊ ਬਾਣੀ ਗੁਰੂ ਗੁਰੂ ਹੈ ਬਾਣੀ ਡਾਇਰੈਕਸ਼ਨ ਦੱਸਦੀ ਹੈ ਕਿ ਉੱਥੇ ਚੱਲਣਾ ਹੈ ਇੱਧਰ ਨੂੰ ਚੱਲਣਾ ਦੱਸ ਦਿਨ ਦੀ ਨਿਸ਼ਾਨੀ ਕਿੱਥੇ ਹੈ ਉੱਥੋਂ ਦੀ ਨਿਸ਼ਾਨੀ ਕੀ ਹੈ ਸੁਨ ਸਮਾਦ ਅਨਹਤ ਤਹਿਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ ਇਹ ਉਹ ਕਰਦੇ ਹੁਣ satsang ਕਰਦੇ ਸੀ ਅਤਰੰਗ ਸਾਧਨ ਕਰਦੇ ਸਾਰਿਆਂ ਨੂੰ ਕਰਵਾਉਂਦੇ ਆਖਰੀ ਸਮੇਂ ਵੀ ਜਿਹੜਾ ਇਹ ਦ੍ਰਿੜ ਵਿਸ਼ਵਾਸ ਬਣਾਉਂਦੇ ਕਿ ਗੁਰੂ ਨੂੰ ਮੰਨੋ ਇਸ ਦੇ ਉੱਤੇ ਵਿਸ਼ਵਾਸ ਲਿਆਓ ਭਰੋਸਾ ਲਿਆਓ ਤੁਹਾਡੇ ਸਾਰੇ ਕਾਰਜ ਹੋਣਗੇ ਕਿਉਂਕਿ ਬਾਣੀ ਜਿੱਥੋਂ ਵੀ ਪੜ੍ਹ ਲਓ ਜਾਂ ਵਿਚਾਰ ਲਓ ਸਾਰੀ ਨਾਮ ਨਾਲ ਜੋੜਦੀ ਹੈ ਦੁੱਖ ਤਾਂ ਬਹੁਤ ਵੱਡੇ ਵੱਡੇ ਨੇ ਦੁੱਖ ਵਿਛੋੜਾ ਹੁਣ ਕਿੱਡਾ ਵੱਡਾ ਦੁੱਖ ਹੈ ਕੱਲ ਵੀ ਜਦੋਂ ਅਸੀਂ ਇੱਥੇ ਆਏ ਘਰ ਬੈਠੇ ਗੱਲ ਹਲੇ ਕਰੀ ਵੀ ਨਹੀਂ ਮਾਤਾ ਵੀ ਉਹਨਾਂ ਦੇ ਘਰੋਂ ਬੀਬੀ ਦਸ਼ਮੇਸ਼ ਕੌਰ ਇਹ ਵੀ ਕਿੰਨਾ ਬਰਾਗ ਝੱਲਿਆ ਨਹੀਂ ਜਾਂਦਾ ਅੱਜ 2 ਸਾਲ ਤੋਂ ਉੱਤੇ ਦਾ ਇਹ ਸਮਾਂ ਲੰਘ ਗਿਆ ਫਿਰ ਵੀ ਉਹ ਯਾਦ ਆਉਂਦੀ ਹੈ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ ਬਿਨ ਬੈਰਾਗ ਨਾ ਛੂਟ ਸਮਾਇਆ ਇਹ ਮਾਇਆ ਜਿਹੜੀ ਭੁੱਲ ਹੈ ਮਾਇਆ ਜਿਤ ਹਰ ਵਿਸਰੇ ਮੋਹ ਪੁਜੇ ਪਉ ਦੂਜਾ ਲਾਇਆ ਇਹ ਨਿਕਲਦੇ ਇਹਦੇ ਚੋਂ ਤਾਂ ਜੇ ਬਰਾਗ ਆਵੇ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹੋਂ ਨਾ ਉਪਜੇ ਸੋ ਤਨ ਜਾਣ ਮਸਾਨ
ਇਹ ਵਿਰਾਗ ਐਸਾ ਆ ਜਾਂਦਾ ਹੈ। ਇਹ ਤਾਂ ਹੀ ਇਹ ਯਾਦਾਂ ਮਨਾਈਆਂ ਜਾਂਦੀਆਂ ਨੇ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ, ਲਗੇ ਤਨ ਧਾਏ, ਬੈਦ ਨਾ ਭੋਲੇ ਦਾਰੂ ਲਾਏ। ਸੋ ਸਾਰੇ ਦੁੱਖਾਂ ਦਾ, ਰੋਗਾਂ ਦਾ ਇਲਾਜ ਇਹੀ ਹੈ, ਸਰਵ ਰੋਗ ਕਾ ਔਖਦ ਨਾਮ, ਕਿ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ, ਸ਼ਰਧਾਂਜਲੀ ਅਰਪਿਤ ਕਰਨੀ ਹੈ। ਜੋ ਉਹਨਾਂ ਨੇ ਕੀਤਾ ਕਰਾਇਆ, ਕਰਦੇ ਰਹੇ, ਜੋ ਦਰਸਾਇਆ ਉਹਨਾਂ ਦੇ ਜੇ ਪਿਤਾ ਜੀ ਸਨ, ਉਹ ਕਹਿੰਦੇ ਸਤਸੰਗ ਨਾ ਛੱਡਿਓ। ਮਹਾਂਪੁਰਖ ਵੀ ਉਹਨਾਂ ਨੂੰ ਕਿਹਾ ਕਰਦੇ, ਕਹਿੰਦੇ ਚਾਹੇ 5-7 ਹੀ ਹੋਣ, ਸਤਸੰਗ ਨਹੀਂ ਛੱਡਣੀ। ਕਹਿੰਦੇ ਚਲੋ 5-7 ਤਾਂ ਮੇਰੇ ਘਰ ਦੇ ਹੀ ਹੋਣਗੇ, ਪਰ ਉਹ ਪਿਆਰ ਹੀ ਇੰਨਾ ਸੀ ਕਿ 200-200 ਮੀਲ ਤੋਂ ਸੰਗਤ ਵਹੀਰਾਂ ਘੱਤ ਕੇ ਚੱਲ ਕੇ ਆਉਂਦੀ, ਅੰਮ੍ਰਿਤ ਵੇਲੇ ਜੋਗੀਆਂ ਵਾਂਗੂ ਬੈਠ ਕੇ ਸਿੱਧੇ 90 ਡਿਗਰੀ ਤੇ એનર્ਜੀ ਫਲੋ ਕਰਦੀ ਹੈ, ਉੱਪਰ ਨੂੰ ਰੀੜ੍ਹ ਦੀ ਹੱਡੀ ਰੱਖ ਕੇ ਸਵਾਸ ਸਵਾਸ ਦਾ ਸਿਮਰਨ ਕਰਦੇ। ਆਓ ਇਹ ਜਿਹੜਾ ਲੈਸਨ ਹੈ ਇਹਨੂੰ ਰਿਪੀਟ ਕਰਦੇ ਹੋਏ ਆਪਾਂ ਸਮਾਪਤੀ ਕਰੀਏ, ਕਿਉਂਕਿ ਸਾਡਾ ਵੀ ਇੱਕ ਦਿਨ ਸਮਾਂ ਆ ਜਾਣਾ। ਕੋਈ ਵੱਡੇ ਵੱਡੇ ਨਹੀਂ ਰਹੇ, ਇੱਕ शिव एक गे एक फिर पे, रामचंद्र कृष्ण के अवतार भी अनेक हैं, ब्रह्मा विष्णु के ते वेद पुराण के ते, सिमरत सुमन के होए बते हैं, मोहन दी मदार के ते, असनी कुमार के ते, अंसा अवतार के ते, काल वस पे हैं, पीरो पगंबर के ते, गने न परते ते, भूमि ही ते होए के फिर भूमि ही मिले हैं। बैठ ਤਾਂ ਕਿਸੇ ਨੇ ਰਹਿਣਾ ਹੀ ਨਹੀਂ, ਘਰ ਘਰ ਇਹੋ ਪਹੁੰਚਾ ਸਦੜੇ, ਨਿਤ ਪਵਨ ਜਾਣਾ ਹੀ ਹੈ। ਪਰ ਜਾਣ ਦੇ ਵਿੱਚ ਫਰਕ ਹੈ। ਕਿੰਨੀ ਖੁਸ਼ੀ ਸੀ। ਇਹ ਡਾਕਟਰ ਸਾਹਿਬ ਨੂੰ ਪਤਾ, ਇਹਨਾਂ ਦੇ ਘਰ ਰਹੇ, ਕਹਿੰਦੇ ਦੇਖ ਡਾਕਟਰ ਅੱਜ ਪੂਰੀ ਤਿਆਰੀ ਨਾਲ ਜਾਣਾ। ਪਿਆਰ 'ਚ ਡਾਕਟਰ ਸਾਹਿਬ ਘੱਟ ਕਹਿੰਦੇ, ਡਾਕਟਰੀ ਕਹਿੰਦੇ, ਜਿਵੇਂ ਬੋਲਣ ਤਿਵੇਂ ਸੁਹਾਨ। ਕਹਿੰਦੇ ਦੇਖ ਗੁਰੂ ਦੇ ਘਰ ਨੂੰ ਜਾਣਾ ਹੋਵੇ ਕਿੰਨੀ ਖੁਸ਼ੀ ਹੁੰਦੀ, ਤਿਆਰੀ ਕਰਕੇ ਜਾਣਾ। ਇਹ ਸਿੱਧੇ ਸਾਦੇ ਸਿੰਪਲ ਲਿਵਿੰਗ ਹਾਈ ਥਿੰਕਿੰਗ, ਇਹਨਾਂ ਨੇ ਇਸੇ ਤਰ੍ਹਾਂ ਸਿੱਧੇ ਜਿਹੇ ਹੋਣਾ। ਕਹਿੰਦੇ ਨਹੀਂ, ਪੂਰਾ ਜਿਹੜੇ ਕੱਪੜੇ ਵੀ ਨੇ ਪੂਰੇ ਪ੍ਰੈਸ ਕਰਕੇ ਸੋਹਣੇ ਪਾ ਕੇ ਕਹਿੰਦੇ ਸਜ ਕੇ ਜਾਓ ਸਜੇ ਦਰਬਾਰ ਵਿੱਚ। ਇਸ ਤਰ੍ਹਾਂ ਦਾ ਉਹ ਉਹਨਾਂ ਦੀ ਸ਼ਰਧਾ ਗੁਰੂ ਦੇ ਉੱਤੇ, ਹੋਰਨਾਂ ਨੂੰ ਜੋੜਦੇ, ਆਪ ਜੁੜੇ ਹੋਏ। ਤੇ ਇਹ ਆਖਰੀ ਸਵਾਸ ਤੇ ਵੀ, ਕਿਉਂਕਿ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਵਦਤ ਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੇ ਵਸੈ। ਹੁਣ ਜੇ ਇਸ ਤਰ੍ਹਾਂ ਦਾ ਸਮਾਂ ਹੋ ਜਾਵੇ, ਉਹੀ ਯਾਦ ਰਹੇ, ਅੰਤਮਤੀ ਸੋਈ ਗਤੇ। ਉਹ ਐਸੀ ਗਤੀ ਹੈ ਜਿਹਦੇ ਬਾਰੇ ਦੱਸਣਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਬੜੀ ਮੁਸ਼ਕਲ ਹੈ। ਕਿਉਂਕਿ ਇਹ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਬ੍ਰਹਮ ਜੀ ਦੇ ਵਿੱਚ ਅਭੇਦ ਹੋਣ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਦੱਸਦੇ ਨੇ ਕਿ ਜਿਹੜੀ ਜੀਵ ਆਤਮਾ ਹੈ, ਇਹਦਾ ਫਰਕ ਪੈ ਗਿਆ ਜਦੋਂ ਸਰੀਰ ਦੇ ਨਾਲ ਜੁੜ ਗਈ। ਇਹਨੂੰ ਇੱਕ ਜੀਵ ਨਾਲ ਜੀਵ ਆਤਮਾ ਕਹਿਣ ਲੱਗੇ, ਹੋਰ ਥੱਲੇ ਨੂੰ ਆ ਗਈ ਮਨ ਬੁੱਧ ਚੇਤਾ ਹਮ ਭਾਵ 'ਚ, ਇਹਨੂੰ ਪਰਮ ਆਪਾ ਹੀ ਕਹਿਣ ਲੱਗੇ, ਪਰਮ ਆਪੇ ਨੂੰ ਭੁੱਲ ਗਏ। ਇਸ ਆਪਣੇ ਆਪ ਨੂੰ ਪੰਜ ਤੱਤ ਦੇ ਸਰੀਰ ਨੂੰ ਹੀ ਸਮਝਣ ਲੱਗੇ ਕਿ ਇਹੀ ਮੈਂ ਹਾਂ। ਇਹ ਤਾਂ ਛੱਡਣਾ ਹੈ, ਹਾਂ ਮੈਂ ਵਿੱਚੋਂ ਖੋਵੇ, ਦੂਜਾ ਮੇਟਾ ਇੱਕੋ ਹੋਵੇ। ਤੇ ਆਖਰੀ ਸਵਾਸ ਦੇ ਉੱਤੇ ਵੀ ਇਹ ਆਵੇ, ਫਿਰ ਕੀ ਹੋਊਗਾ? ਜੋ ਉਹ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਜਿਸਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਹ ਨਾਮ ਜਪਾਵੇ। ਉਹ ਸਮਾਂ ਭੁੱਲਦਾ ਨਹੀਂ, 11:15 ਵਜੇ ਦਾ। ਉਸ ਸਮੇਂ ਉਹਨਾਂ ਨੇ ਸਰੀਰ ਦਾ ਪਰਿਤਿਆਗ ਕੀਤਾ। ਤੇ ਆਓ ਉਹਨਾਂ ਨੂੰ ਜਿੱਥੇ ਸ਼ਰਧਾਂਜਲੀ ਅਰਪਿਤ ਕਰੀਏ, ਉੱਥੇ ਸਾਡੇ ਵੀ ਇਹ ਜੁਗਤ ਕੰਮ ਆਵੇਗੀ। ਆਓ ਇਹ ਆਪਾਂ ਪਹਿਲਾਂ ਬੋਲ ਕੇ ਕਰੀਏ, ਫਿਰ 1 ਮਿੰਟ ਅੰਦਰ ਪਿਨ ਡ੍ਰੌਪ ਸਾਇਲੈਂਸ 'ਚ ਸੁਣੀਏ। ਇਹ ਜ਼ਰੂਰ ਕਰਿਆ ਕਰੋ। ਸਵੇਰੇ ਸਵੇਰੇ ਸਿੱਧੇ ਬੈਠ ਕੇ ਕਰ ਲਿਆ, ਰਾਤ ਨੂੰ ਸੌਣ ਲੱਗੇ ਪੇ ਕਰੀ ਜਾਓ ਸਾਵਾਸਨ 'ਚ ਐਜ਼ ਏ ਡੈਡ ਬੋਡੀ। ਜਦੋਂ ਕਰਦੇ ਹਾਂ ਸਰੀਰ ਢਿੱਲਾ ਛੱਡ ਕੇ, ਫਿਰ ਸੌਣ ਸਲੀਪ 'ਚ ਚਲੇ ਜਾਂਦੇ, ਫਿਰ ਉੱਠਦੇ ਵੀ ਇਹੀ ਹੁੰਦਾ, ਉਠਤ ਬੈਠ ਸੋਵਤ ਨਾਮ। ਆਓ ਪਹਿਲਾਂ ਆਪਾਂ ਇੱਕ ਵਾਰੀ ਬੋਲ ਕੇ ਕਰੀਏ, ਫਿਰ ਚੁੱਪ ਕਰਕੇ ਇਹ ਸ਼ਰਧਾਂਜਲੀ ਅਰਪਿਤ ਕਰੀਏ, ਸਾਡੇ ਵੀ ਇਸ ਸਵਾਸ ਤੇ ਆਵੇ। ਉਸ ਤੋਂ ਬਾਅਦ ਸਮਾਪਤੀ ਕਰੀਏ। ਵਾਹੇ
ਆਓ ਹੁਣ ਸਾਰੇ ਜੋ ਕਿ ਪ੍ਰਬੰਧਕਾਂ ਦਾ ਬਹੁਤ ਹੀ ਸੋਹਣਾ ਇੱਥੋਂ ਦਾ ਪ੍ਰਬੰਧ ਹੈ। ਇਹ ਪ੍ਰੋਗਰਾਮ ਇੱਥੇ ਤਾਂ ਚੱਲਦੇ ਹੀ ਰਹਿੰਦੇ ਹਨ। ਬਹੁਤ ਪਾਤਸ਼ਾਹ ਜੀ ਦੀ ਕਿਰਪਾ ਹੈ। ਇਸੇ ਸਮੇਂ ਦੇ ਵਿੱਚ ਵੀ ਤੁਸੀਂ ਕਰੋਨਾ ਦਾ ਕਾਲ ਚੱਲ ਰਿਹਾ ਹੈ, ਸਮਾਂ ਐਸਾ ਕਾਲ ਸਮੇਂ ਦਾ ਹੈ, ਫਿਰ ਵੀ ਇੱਥੇ ਬੈਠ ਕੇ ਆਪ ਜੀ ਨੇ ਸਰਿਆ। ਸੋ ਆਓ ਹੁਣ ਸਮਾਪਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਕਰ ਸਾਹਿਬ ਮਨ ਵਿਸਰੈ ਤਾ ਸਹਿਲਾ ਮਰਨਾ ਹੋਏ। ਆ ਚੱਲਦਾ ਜੇਕਰ ਹੈਂ? ਸਾਹਿਬ ਮਨ ਹੋ ਨਾ ਵਿਸਰੈ ਆ ਬੰਦ ਕਰਨਾ ਵੀ ਚੱਲਦਾ। ਤਾ ਸਹਿਲਾ ਮਰਨਾ ਹੋਏ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਸਰਾਤ ਦੁਲਾਰੀ ਆਇਆ ਮੁਰਿਆਇਆ ਵਸ ਕਰਮ ਹਦੂਰ ਕਰਮੀ ਆਪੋ ਆਪਣੀ ਉਹ ਜਿਨੇ ਨਾਮ ਤੇ ਆਇਆ ਜੇ ਮੁਸ਼ਕਲ ਕਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਜਿਨੇ ਨਾਮ ਤੇ ਆਇਆ ਗੇ ਮਸ਼ਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਸਾਹਿਬ ਜੀ ਦਾ, ਜੋ ਆਪਣੇ ਬਾਬਾ ਸਤਨਾਮ ਸਿੰਘ ਜੀ ਹੁਣਾਂ ਦਾ ਜੋ ਆਪਾਂ ਸਮਾਗਮ ਕਰ ਰਹੇ ਹਾਂ ਉਹਨਾਂ ਬਾਰੇ ਪੂਰਾ ਉਹਨਾਂ ਨੇ ਦੱਸਿਆ ਹੈ। ਸੋ ਅਸੀਂ ਧੰਨਵਾਦੀ ਹਾਂ ਜੋ ਸਪੈਸ਼ਲ ਤੌਰ ਤੇ ਆਪਣੇ ਇੰਡੀਆ ਤੋਂ ਪਹੁੰਚੇ ਹਨ। ਸੋ ਬੇਨਤੀ ਕਰਦੇ ਹਾਂ